ऑन एयर वेख रहे सारे ही दर्शकों का मैं सिमरनजीत सिंह सिमरा स्वागत करदा। वड्डी खबर होंदी जिहड़ी निकल के आ रही है कि ਸਿੰਘੂ बॉर्डर नूं जिहड़े राह आउंदे ने सारे ही राह जिहड़े आ मुकम्मल तौर पर रोक दिते गए ने। जे गल नरेला वाली साइड तो करिए, नरेला नूं जिहड़ा राह आउंदा सी, नरेला विच दी होके दिल्ली तो नरेला जिहड़ा राह आउंदा सी, टिकरी वाले लोग जिहड़े खास उस राह दे विच दी बहादरगढ़ तो जिहड़ी बस चलदी हुंदी सी ਸਿੰਘੂ बॉर्डर नूं, ਉਹ नरेला विच दी होके आउंदी सी। पर नरेला विच ही जिहड़ा आ ਸਿੰਘੂ तो 5 किलोमीटर पिछे जिहड़ा आ पुलिस प्रशासन ने इस प्रबंध नाल बैरीकेडिंग कीती आ, राह जिहड़ा रोक दिता गया। पब्लिक दे लई जिहड़ा गल करिए 2 दिन पहले ही राह रोक दिता गया सी, पर हुण जिहड़ा मीडिया दे लई पत्रकारां दे लई भी ਉਹ ਰਾਹ ਜਿਹੜਾ ਆ ਮੁਕੰਮਲ ਤੌਰ ਤੇ ਰੋਕ ਦਿੱਤਾ ਗਿਆ। ਸਿੰਘੂ ਨੂੰ ਜੇ ਗੱਲ ਕਰੀਏ ਦਿੱਲੀ ਤੋਂ ਜਿਹੜਾ ਕਰਨਾਲ ਬਾਈਪਾਸ ਵਿੱਚ ਦੀ ਰਾਹ ਆਉਂਦਾ ਉਹ ਤਾਂ ਪਹਿਲਾਂ ਦਾ ਹੀ ਰੋਕਿਆ ਜਾ ਚੁੱਕਿਆ ਸੀਗਾ। ਮੁਕੰਮਲ ਜਿਹੜੇ ਸਾਰੇ ਰਾਹ ਰੁਕ ਚੁੱਕੇ ਨੇ। ਹੁਣ ਇਸ ਵੇਲੇ ਅਸੀਂ ਕੁੰਡਲੀ ਬਾਰਡਰ ਤੇ ਮੌਜੂਦ ਹਾਂ, TDI ਦੇ ਕੋਲ ਜਿਹੜਾ KMP ਤੋਂ ਜਿਹੜਾ ਰਾਹ TDI ਅੱਲੀ ਜਿਹੜਾ ਕੁੰਡਲੀ ਬਾਰਡਰ ਨੂੰ ਆਉਂਦਾ ਉਸ ਰਾਹ ਦੇ ਉੱਤੇ ਮੌਜੂਦ ਹਾਂ। ਮੁਕੰਮਲ ਤੌਰ ਤੇ ਰਾਹ ਜਿਹੜੇ ਸਾਰੇ ਬੰਦ ਕੀਤੇ ਜਾ ਚੁੱਕੇ ਨੇ। ਇਸ ਕੇਵਲ ਜੇ ਸਿੰਘੂ ਨੂੰ ਆਉਣਾ ਤਾਂ ਕੁੰਡਲੀ ਵਿੱਚ ਦੀ ਆਇਆ ਜਾਊਗਾ, ਪਰ ਜਿਹੜੇ ਵਹੀਕਲ ਨੇ ਉਹ ਨਹੀਂ ਆਉਣਗੇ। KMP ਤੋਂ ਹੋ ਕੇ ਪਹਿਲਾਂ ਕੁੰਡਲੀ ਆਉਣਾ ਪਊਗਾ, ਫਿਰ ਇੱਕ ਗਲੀ, ਸਿਰਫ ਇੱਕ ਗਲੀ ਹੈ ਜਿਹੜੀ ਉਹਦੇ ਵਿੱਚ ਵਿਅਕਤੀ ਜਿਹੜੇ ਲੰਘ ਸਕਦੇ ਨੇ, ਪਰ ਕੋਈ ਵਹੀਕਲ ਨਹੀਂ ਲੰਘ ਸਕਦਾਗਾ। ਜੇ ਕਿਸੇ ਨੇ ਸਿੰਘੂ ਜਾਣਾ ਉਹਨੂੰ ਕੁੰਡਲੀ ਵਿੱਚ ਦੀ ਹੋ ਕੇ ਜਾਣਾ ਪਊਗਾ। ਮੇਰੇ ਨਾਲ ਗੱਲਬਾਤ ਕਰਨ ਲਈ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਮੌਜੂਦ ਨੇ। ਸਵਾਗਤ ਹੈ ਜੀ ਪਹਿਲਾਂ ਔਨ ਏਅਰ ਦੇ ਉੱਤੇ। ਧੰਨਵਾਦ ਜੀ ਤੁਹਾਡਾ ਜੀ। ਜਸਵੀਰ, ਜੇ ਆਪਾਂ ਗੱਲ ਕਰੀਏ ਪਹਿਲਾਂ ਜਿਹੜਾ ਸਿੰਘੂ ਨੂੰ ਰਾਹ ਆਉਂਦਾ ਕਰਨਾਲ ਬਾਈਪਾਸ ਤੋਂ, ਪਹਿਲਾਂ ਉਹ ਰੋਕਿਆ ਗਿਆ, मीडिया के लिए भी वो रोक दिता गया। फिर वो नरेला जिहड़ा नरेला विच दी होके आउंदा पिछे 5 किलोमीटर ते बैरीकेडिंग की हुई है, वो भी रोक दिता गया। एक राह पिंड विच दी जांदा, ਉਹਨੂੰ ਆਪਾਂ ਵੇਖ ਲਈਏ ਤਾਂ ਉਹ ਵੀ ਨਾ ਮਾਤਰ ਜਾ ਰਾਹ ਆ, ਕੁੰਡਲੀ ਵਿੱਚ ਦੀ ਹੋ ਕੇ ਖਾਲਸਾ ਸਾਈਡ ਦੇ ਕੋਲ ਦੀ ਜਾਂਦਾ ਉਹ ਰਾਹ ਵੀ। ਮੈਨੂੰ ਲੱਗਦਾ ਉਹਦੇ ਤੇ ਵੀ ਬੈਰੀਕੇਡਿੰਗ ਸ਼ੁਰੂ ਕਰ ਦਿੱਤੀ ਗਈ ਆ ਹੁਣ ਪ੍ਰਸ਼ਾਸਨ ਵੱਲੋਂ। ਸਿਰਫ 3 ਰਾਹ ਜਿਹੜੇ ਇਹ ਆਉਂਦੇ ਸੀ ਸਿੰਘੂ ਨੂੰ, ਉਹ ਸਾਰੇ ਮੁਕੰਮਲ ਤੌਰ ਤੇ ਰੋਕ ਦਿੱਤੇ ਗਏ ਆ। ਜੇ ਇੱਧਰੋਂ ਗੱਲ ਕਰੀਏ, ਜੇ ਕਿਸੇ ਨੇ ਜਾਣਾ ਸਿੰਘੂ ਤਾਂ ਕੁੰਡਲੀ ਵਿੱਚ ਦੀ ਹੋ ਕੇ ਜਾ ਰਿਹਾ, ਉਹ ਵੀ ਇੱਕ ਨਾ ਮਾਤਰ ਜਿਹੀ ਭੀੜੀ ਜਿਹੀ ਗਲੀ ਆ। ਲੋਕਾਂ ਨੇ ਖੁਦ ਉਹ ਜਿਹੜੇ ਪਲਾਂਟ ਸੀਗੇ ਕੰਧਾਂ ਢਾਹ ਕੇ ਉਹ ਗਲੀ ਬਣਾਈ ਆ। ਪ੍ਰਸ਼ਾਸਨ ਉਹ 'ਤੇ ਵੀ ਕਬਜ਼ਾ ਕਰਨ ਦੀ ਵਿਉਂਤਬੰਦੀ ਕਰ ਰਿਹਾ, ਨੌਜਵਾਨ ਉਹਨੂੰ ਰੋਕ ਰਹੇ ਨੇ। ਕੀ ਲੱਗਦਾ ਅਜਿਹੀਆਂ ਹਰਕਤਾਂ ਜਿਹੜੀਆਂ ਕਿਉਂ ਕੀਤੀਆਂ ਜਾ ਰਹੀਆਂ ਨੇ? 26 ਦੇ ਪੂਰੇ ਘਟਨਾਕ੍ਰਮ ਤੋਂ ਬਾਅਦ ਮਾਹੌਲ ਇੱਥੇ ਬਹੁਤ ਭਿਆਨਕ ਜਿਹਾ ਬਣ ਗਿਆ ਸੀ। ਸਾਨੂੰ ਪਤਾ 27, 28, 29, 30 ਤੱਕ ਜਿਹੜਾ ਪੱਥਰਬਾਜੀ ਹੁੰਦੀ ਰਹੀ ਆ, ਪੈਟਰੋਲ ਪੰਪ ਦੇ ਨਾਲ ਹਮਲੇ ਹੋਏ ਆ, ਕਿਸਾਨ ਔਰਤਾਂ ਦੇ ਟੈਂਟਾਂ ਦੇ ਵਿੱਚ ਜਿਹੜੀ ਭੀੜ ਸੀ, ਇੱਕ ਹਿੰਸਕ ਭੀੜ ਉਹ ਵੜ ਗਈ ਸੀ। ਤਾਂ ਉਸ ਤੋਂ ਬਾਅਦ ਵੱਡਾ ਕਾਫਲਾ ਪਿੱਛੋਂ ਕਿਸਾਨਾਂ ਦਾ ਆਇਆ। ਜਦੋਂ ਉੱਧਰ ਗਾਜੀਪੁਰ ਵੀ ਡਕੈਤ ਦੇ ਰੋਣ ਤੋਂ ਬਾਅਦ ਮਾਹੌਲ ਥੋੜਾ ਪੋਜ਼ਿਟਿਵ ਹੋ ਗਿਆ ਸੀ। ਹੁਣ ਬਾਰੋਂ ਬਾਰੀ ਦੇਖਣ ਨੂੰ ਲੱਗਦਾ ਵੀ ਠੀਕ ਆ, ਲੋਕ ਆ ਰਹੇ ਆ ਜੀ, ਫਿਰ ਢੋਲ ਵੱਜਣੇ ਸ਼ੁਰੂ ਹੋ ਗਏ, ਪਕੌੜੇ ਕੱਢੇ ਜਾਣ ਲੱਗ ਪਏ, ਜਲੇਬੀਆਂ ਕੱਢਣ ਲੱਗ ਪਏ, ਕਿਸਾਨ ਤਾਂ ਬੈਠੇ। ਪਰ ਅੰਦਰ ਖਾਤੇ ਜਿਹੜਾ ਉਹ ਅਸੀਂ ਨਹੀਂ ਕਹਿ ਸਕਦੇ ਵੀ ਪੂਰੀ ਤਰ੍ਹਾਂ ਸੁੱਖ ਸਾਂਦ ਆ। ਕੋਈ ਅੰਦਰ ਖਾਤੇ ਜਿਹੜੀ ਸਰਕਾਰ ਦੀ ਤਿਆਰੀ ਹੈ ਨਾ, ਉਹ ਕਿਸੇ ਨਾ ਕਿਸੇ ਮਤਲਬ ਨੁਕਤੇ ਵੱਲ ਧਿਆਨ ਦੇਣ ਦੀ ਲੋੜ ਆ। ਵੀ ਪਹਿਲਾਂ ਬਾਰਡਰ ਸੀਲ ਸੀਗੇ, ਦੋਨਾਂ ਸਟੇਜਾਂ ਦਾ ਆਪਸੀ ਸਬੰਧ ਜਿਹੜਾ ਲਗਭਗ ਟੁੱਟਿਆ ਰਿਹਾ ਸੀਗਾ, ਪਰ ਲੋਕ ਤੁਰ ਕੇ ਜਾ ਸਕਦੇ ਸੀ। ਹੁਣ ਉਹ ਵਿਚਲਾ ਜਿਹੜਾ ਰਾਹ ਉਹ ਐ ਬੰਦ ਕਰਤਾ ਜਿਹਦਾ ਕੋਈ ਅੰਤਰਰਾਸ਼ਟਰੀ ਸਰਹੱਦ ਹੁੰਦੀ ਆ। ਭਾਰਤ ਦੇਸ਼ ਦੀ ਪਾਕਿਸਤਾਨ ਨਾਲ ਨਹੀਂ ਬਣਦੀ ਇਹਨਾਂ ਦੀ ਸਰਹੱਦ ਆ, ਚਾਈਨਾ ਨਾਲ ਨਹੀਂ ਬਣਦੀ ਇਹਨਾਂ ਦੀ ਸਰਹੱਦ ਆ। ਤਾਂ ਉਵੇਂ ਤਿਆਰੀ ਕੀਤੀ ਜਾ ਰਹੀ ਆ। ਬੈਰੀਕੇਡ ਦੇ ਵਿੱਚ ਮਲਬਾ ਭਰ ਦਿੱਤਾ ਗਿਆ, ਤਿੱਖੇ ਸਰੀਏ ਲਾਏ ਗਏ। ਕਿਸਾਨਾਂ ਵੱਲੋਂ ਤਾਂ ਕੋਈ ਪਲਾਨ ਨਹੀਂ ਹੈਗਾ ਦਿੱਲੀ ਜਾਣ ਦਾ, ਤਾਂ ਉਹ ਤਿਆਰੀ ਜਿਹੜੀ ਉਹ ਧਿਆਨ ਮੰਗਦੀ ਆ। ਔਰ ਵੱਡੀ ਗੱਲ ਜਿਹੜੀ ਹੁਣੇ ਤੁਸੀਂ ਬ੍ਰੇਕਿੰਗ ਦੇ ਰਹੇ ਹੋ ਵੀ ਲਾਂਘਾ ਬੰਦ ਕਰਤਾ, ਕੇਵਲ ਮੀਡੀਆ ਵਾਸਤੇ ਵੀ ਲਾਂਘਾ ਬੰਦ ਕਰਤਾ। ਕੇਵਲ ਇੱਕ ਜਿਹੜਾ ਰਾਹ ਬਚਿਆ ਹੋਇਆ ਸਿਰਫ ਪੰਜਾਬ ਤੋਂ ਜਿਹੜੇ ਲੋਕ ਆ ਰਹੇ ਆ ਉਹਨਾਂ ਵਾਸਤੇ, ਉਹ ਵੀ ਸ਼ਾਇਦ ਆਉਣ ਵਾਲੇ ਟਾਈਮ 'ਚ ਬੰਦ ਕਰ ਦਿੱਤਾ ਜਾ ਸਕਦਾ। ਤਾਂ ਪੁਲਿਸ ਦੀ ਤਿਆਰੀ ਜਿਹੜੀ ਆ, ਸਰਕਾਰ ਦੀ ਤਿਆਰੀ ਅੰਦਰ ਖਾਤੇ ਹੈਗੀ ਆ। ਤਾਂ ਕਿਸਾਨ ਲੀਡਰਾਂ ਨੂੰ ਅਸੀਂ ਵਾਰ-ਵਾਰ ਸਵਾਲ ਕਰਦੇ ਵੀ ਸਾਰੇ ਪਾਸੇ ਲਾਂਘੇ ਬੰਦ ਹੋ ਰਹੇ, ਤੁਸੀਂ ਕੀ ਕਰ ਰਹੇ ਹੋ? ਤਾਂ ਉਹ ਉਹਨਾਂ ਦੀ ਜਿਹੜੀ ਚੁੱਪ ਆ ਜਾਂ ਉਹਨਾਂ ਦੀ ਜਿਹੜੀ ਚੁੱਪ ਹੈ, ਸਵਾਲ ਉਹ ਨਾ ਜਵਾਬ ਦੇਣਾ, ਉਹ ਵੀ ਥੋੜ੍ਹਾ ਜਿਹਾ ਮਤਲਬ ਧਿਆਨ ਮੰਗਦੀ। ਪਰ ਉਹਨਾਂ ਦੀ ਚੁੱਪ ਕੀ ਉਹ ਬੇਪਰਵਾਹੀ ਤਾਂ ਨਹੀਂ ਗੀ, ਜਾਂ ਉਹ ਕੋਈ ਦੂਰ ਅੰਦੇਸ਼ੀ ਵੱਡੀ ਸੋਚ ਰਹੇ ਆ, ਜਾਂ ਕੋਈ ਸਰਕਾਰ ਦੇ ਨਾਲ ਕਿਸੇ ਗੱਲਬਾਤ ਚੱਲਣ ਦੇ ਦਾਇਰੇ। ਕੋਈ ਪ੍ਰਧਾਨ ਮੰਤਰੀ ਮੋਦੀ ਇੱਕ ਪਾਸੇ ਕਹਿੰਦੇ ਅਸੀਂ ਫੋਨ ਕਾਲ ਦੀ ਦੂਰੀ ਤੇ ਆ, ਜੇ ਫੋਨ ਕਾਲ ਦੀ ਦੂਰੀ ਤੇ ਹੋ ਫਿਰ ਬਾਰਡਰ ਇਸ ਤਰ੍ਹਾਂ ਕਿਉਂ ਬਣਾਇਆ ਜਾ ਰਿਹਾ ਜਿੱਦਾਂ ਕੋਈ ਅੰਤਰਰਾਸ਼ਟਰੀ ਸਰਹੱਦ ਹੁੰਦੀ ਆ? ਇਹ ਵੀ ਤੁਹਾਡੇ ਦੇਸ਼ ਦੇ ਕਿਸਾਨ ਨੇ, ਪੁਲਿਸ ਵੀ ਤੁਹਾਡੇ ਦੇਸ਼ ਦੀ ਆ, ਕਿਉਂ ਇੱਦਾਂ ਦਾ ਮਾਹੌਲ? ਟਿਕਰੀ ਦੇ ਅਸੀਂ ਵੇਖਿਆ, ਉੱਥੇ ਵੀ ਸੇਮ ਆ। ਗਾਜੀਪੁਰ, ਚਿੱਲੇ ਵਾਲੇ ਪਾਸੇ, ਰਵਾੜੀ ਵਾਲੇ ਪਾਸੇ, ਸਾਰੇ ਬਾਰਡਰਾਂ 'ਤੇ ਮਾਹੌਲ ਇਹੋ ਜਿਹਾ ਬਣ ਗਿਆ ਜਿੱਦਾਂ ਕੋਈ ਬਾਹਰੀ ਦੇਸ਼ ਫੌਜ ਕਿਸੇ ਹੋਰ ਮੁਲਕ ਦੀ ਆਉਣੀ ਆ ਤੇ ਭਾਰਤ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਜਿਹੜੀ ਕਿਸੇ ਪਲਾਨ ਦੇ ਵਿੱਚ ਉਹ ਬੈਠੀ ਜ਼ਰੂਰ ਜਾਪਦੀ ਆ। ਜਸਵੀਰ, ਗੱਲ ਕਰੀਏ, ਬਿਲਕੁਲ ਸਰਕਾਰ ਜਿਹੜੀ ਆ ਕਿਤੇ ਨਾ ਕਿਤੇ ਪਲੈਨਿੰਗ ਦੇ ਵਿੱਚ ਬੈਠੀ ਹੋਈ ਹੈ। ਇੱਕ ਪਾਸੇ ਤਾਂ ਇਹ ਗੱਲ ਆਖ ਰਹੇ ਆ ਵੀ ਕਾਲ ਦੀ ਉਡੀਕ ਹੈ, ਦੂਜੇ ਪਾਸੇ ਜਿਹੜੇ ਟਵਿੱਟਰ ਅਕਾਊਂਟ ਵੀ ਬੰਦ ਕਰ ਦਿੱਤੇ ਜਾਂਦੇ ਨੇ। ਪਰ ਅੱਜ ਜੇ ਗੱਲ ਕਰੀਏ, ਸੈਲੀਬ੍ਰਿਟੀਜ਼ ਵੀ ਜਿਹੜਾ ਆ ਰਿਹਾਨਾ ਦੀ ਗੱਲ ਕਰੀਏ ਜਾਂ ਹੋਰ ਵੀ ਸੈਲੀਬ੍ਰਿਟੀਜ਼, ਉਹ ਵੀ ਵਿਰੋਧ ਕਰ ਰਹੇ ਨੇ। ਕਲਾਕਾਰ ਜਿਹੜੇ ਬਾਲੀਵੁੱਡ ਦੇ ਕਲਾਕਾਰ ਨੇ, ਹਾਲੀਵੁੱਡ ਦੇ ਨੇ, ਉਹ ਵੀ ਇਸ ਮੁਹਿੰਮ ਨਾਲ ਜੁੜ ਚੁੱਕੇ ਨੇ, ਇਸ ਸੰਘਰਸ਼ ਦੇ ਨਾਲ ਜੁੜ ਚੁੱਕੇ ਨੇ। ਕੀ ਲੱਗਦਾ ਸਰਕਾਰ ਹੁਣ
ਅਜਿਹੀਆਂ ਰਣਨੀਤੀਆਂ ਅਪਣਾ ਕੇ ਕਿਹੜੇ ਪੱਖ ਦਾ ਜਿਹੜਾ ਆਪਣਾ ਬਚਾਅ ਕਰਨਾ ਚਾਹੁੰਦੀ ਹੈ? ਜਿੱਦਾਂ ਤੁਸੀਂ ਰਿਹਾਨਾ ਦੀ ਗੱਲ ਕੀਤੀ ਹੈ, ਰਿਹਾਨਾ ਬੀਬੀ ਦੇ ਖਾਤਿਆਂ ਨੂੰ 90 ਮਿਲੀਅਨ ਲੋਕ ਜਿਹੜੇ ਆ ਉਹ ਦੇਖਦੇ ਰਹੇ, ਲਾ ਲਓ ਵੀ ਸਾਰੀ ਦੁਨੀਆ ਹੀ ਜੁੜੀ ਹੋਈ ਆ। ਤਾਂ ਜਦੋਂ ਉਹ ਚਿਹਰੇ ਜਿਹੜੇ ਆ ਕਿਸਾਨ ਸੰਘਰਸ਼ ਦੀ ਗੱਲਬਾਤ ਕਰ ਰਹੇ ਆ, ਇਕੱਲੇ ਰਿਹਾਨਾ ਨਹੀਂ, ਉਹਨਾਂ ਤੋਂ ਇਲਾਵਾ ਵੀ 100 ਦੇ ਲਗਭਗ ਉਹ ਸੈਲੀਬ੍ਰਿਟੀਜ਼ ਜਿਨ੍ਹਾਂ ਦੇ ਸਾਨੂੰ ਸਪੈਲਿੰਗ ਵੀ ਨਹੀਂ ਆਉਂਦੇ, ਜਿਨ੍ਹਾਂ ਨੂੰ ਸ਼ਾਇਦ ਕਿਤੇ ਸੁਣਿਆ ਵੀ ਨਾ ਹੋਊਗਾ, ਹਾਲੀਵੁੱਡ ਦੇ ਚਿਹਰੇ ਆ। ਹਾਲੀਵੁੱਡ ਜਿਹੜਾ ਉਹ ਕਿਸਾਨਾਂ ਦੇ ਹੱਕ 'ਚ ਖਲੋਤਾ, ਨਾ ਤੇ ਅਸੀਂ ਹਾਲੀਵੁੱਡ ਵਾਲਿਆਂ ਨੂੰ ਕਣਕ ਵੇਚਣੀ ਹੈ, ਨਾ ਅਸੀਂ ਝੋਨਾ ਵੇਚਣਾ ਹੈ, ਠੀਕ ਹੈ, ਨਾ ਉਹਨਾਂ ਨੇ ਕਿਸਾਨਾਂ ਤੋਂ ਕੰਮ ਲੈਣਾ, ਪਰ ਉਹਨਾਂ ਨੂੰ ਇਹ ਪਤਾ ਵੀ ਇੱਥੇ ਵਾਇਲੇਸ਼ਨ ਹੋ ਰਹੀ ਹੈ, ਮਨੁੱਖੀ ਅਧਿਕਾਰਾਂ ਦੀ ਵਾਇਲੇਸ਼ਨ ਹੋ ਰਹੀ ਆ। ਕਿਸਾਨ ਸ਼ਾਂਤਮਈ ਸੰਘਰਸ਼ ਕਰ ਰਹੇ ਸੀਗੇ। 26 ਦਾ ਜਿਹੜਾ ਘਟਨਾਕ੍ਰਮ ਵਾਪਰਿਆ, ਜਿਸ ਵੀ ਮਾਹੌਲ 'ਚ ਵਾਪਰਿਆ, ਜਿਹੜਾ ਕੁਝ ਵੀ ਹੋਇਆ, ਅੰਤਰਰਾਸ਼ਟਰੀ ਮੀਡੀਆ ਨੇ ਉਹਨੂੰ ਜਾਇਜ਼ ਨਹੀਂ ਠਹਿਰਾਇਆ, ਪਰ ਜਿਹੜੇ ਸ਼ਬਦਾਂ ਦੇ ਨਾਲ ਭਾਰਤੀ ਮੀਡੀਆ ਨੇ, ਸਾਡੇ ਲੀਡਰਾਂ ਨੇ ਉਹਨੂੰ ਨਜਾਇਜ਼ ਠਹਿਰਾਇਆ, ਉਹਨਾਂ ਨੇ ਨਹੀਂ ਠਹਿਰਾਇਆ। ਤਾਂ ਇੱਕ ਜਿਹੜਾ ਡਰ ਦਾ ਮਾਹੌਲ ਭਾਰਤੀ ਮੀਡੀਆ ਨੇ ਪੈਦਾ ਕੀਤਾ ਸੀ, ਸਾਡੇ ਲੀਡਰ ਵੀ ਉਹੀ ਭਾਸ਼ਾ ਬੋਲ ਰਹੇ ਸੀ। ਆਪਸੀ ਏਕਤਾ ਰੱਖਣੀ ਚਾਹੀਦੀ ਸੀ। ਦੇਖੋ ਇੱਕ ਬੜਾ ਵੱਡਾ ਕੰਮ ਆ, ਭਾਰਤੀ ਸਰਕਾਰ ਨੇ ਜਿਹੜੀ ਧਾਰਾ ਦੀਪ ਸਿੱਧੂ ਤੇ ਲੱਖੇ ਸਿਧਾਣੇ ਤੇ ਲਾਈ ਆ, ਉਹੀ ਰਾਜੇਵਾਲ ਤੇ ਲਾਈ ਆ, ਉਹੀ ਰਜਿੰਦਰਦੀਪ ਸਿੰਘ ਵਾਲੇ ਤੇ ਲਾਈ ਆ, ਉਹੀ ਦਰਸ਼ਨਪਾਲ ਤੇ ਲਾਈ ਆ, ਤੇ ਇਹ ਆਪਸ ਇੱਕ ਦੂਜੇ ਨੂੰ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਲਾ ਰਹੇ ਆ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਇਹ ਲਾਉਂਦੇ ਲੱਖਾਂ ਲੋਕਾਂ ਦੇ ਸੰਘ ਸੁੱਕ ਗਏ। ਤੋਂ ਏਕਤਾ ਲੋਕਾਂ 'ਚ ਤਾਂ ਹੈਗੀ ਆ, ਹਰਿਆਣਵੀ ਤੇ ਪੰਜਾਬੀ ਇੱਕ ਥਾਲੀ 'ਚ ਰੋਟੀ ਖਾ ਰਹੇ ਆ, ਪਰ ਲੀਡਰਾਂ 'ਚ ਏਕਤਾ ਲੱਭਦੀ ਨਜ਼ਰ ਨਹੀਂ ਆ ਰਹੀ। ਤਾਂ ਇਹ ਸਰਕਾਰ ਕਿਤੇ ਦਾ ਫਾਇਦਾ ਜ਼ਰੂਰ ਲੈ ਸਕਦੀ ਹੈ। ਲੀਡਰਾਂ 'ਚ ਏਕਤਾ ਨਹੀਂ ਲੱਭਦੀ ਨਜ਼ਰ ਆ ਰਹੀ। ਮੈਂ ਗੱਲ ਵੀ ਪੰਧੇਰ ਹੋਰਾਂ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਸਟੇਜ ਦੇ ਵਿਚਾਲੇ ਬੈਰੀਕੇਡਿੰਗ ਇਸ ਤਰੀਕੇ ਨਾਲ ਹੋ ਗਈ, ਲੁੱਕ ਪਾ ਦਿੱਤੀ ਗਈ ਆ, ਕਰੈਸ਼ਰ ਪਾ ਦਿੱਤਾ ਗਿਆ, ਵੀ ਜਿਵੇਂ ਲੈਂਟਰ ਵਾਲੀ ਪੱਕੀ ਕੰਧ ਉੱਥੇ ਕੱਢ ਦਿੱਤੀ ਗਈ ਆ, ਵੀ ਸਰੀਏ ਪਾ ਕੇ। ਵੀ ਤੁਹਾਨੂੰ ਨਹੀਂ ਲੱਗਦਾ ਇਹਦਾ ਵਿਰੋਧ ਕਰਨਾ ਚਾਹੀਦਾ ਸੀ, ਚਾਹੇ ਤੁਹਾਡੇ ਵੱਲੋਂ ਹੋਵੇ, ਚਾਹੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਹੋਵੇ, ਵੀ ਪਹਿਲ ਕਰਨੀ ਚਾਹੀਦੀ ਆ, ਸਟੇਜ ਸਾਂਝੀ ਹੋ ਜੇ, ਲੋਕ ਇੱਕ ਹੋ ਜਾਣ। ਕਹਿੰਦੇ ਹਾਂ ਅਸੀਂ ਪਹਿਲ ਕਰਨੀ ਚਾਹੁੰਦੇ ਆ। ਮੈਂ ਕਿਹਾ ਵੀ ਕੀ ਮਸਲਾ ਕੀ, ਅੰਦਰਲਾ ਮਸਲਾ ਕੀ ਆ? ਕਹਿੰਦੇ ਸਾਡਾ ਕੋਈ ਮਸਲਾ ਨਹੀਂਗਾ। ਪਰ ਕਿਉਂ ਨਹੀਂ ਇੱਕ ਹੋ ਰਹੇ, ਤੁਹਾਨੂੰ ਕੀ ਲੱਗਦਾ ਜਸਵੀਰ, ਕਿ ਕਿਹੜੇ ਮਸਲੇ ਨੇ ਇਹਨਾਂ ਦੇ? ਕੀ ਇਹ ਮਤਲਬ ਲੋਕ ਕਹਿ ਰਹੇ ਆ ਵੀ ਈਗੋ ਦੇ ਮਸਲੇ ਨੇ, ਕੁਝ ਕਾਮਰੇਡਾਂ ਦੇ ਈਗੋ ਦੇ ਮਸਲੇ ਹੋਏ ਬਣੇ ਨੇ, ਵੀ ਜਿਹੜੇ ਇਹ ਇੱਕ ਨਹੀਂ ਹੋ ਰਹੇਗੇ, ਜਾਂ ਵਾਰ-ਵਾਰ ਇੱਕ ਨਾਮ ਮੂਹਰੇ ਆਉਂਦਾ ਰਜਿੰਦਰਦੀਪ ਸਿੰਘ ਵਾਲਾ, ਲੋਕ ਮਤਲਬ ਵਿਰੋਧ ਵੀ ਕਰ ਰਹੇ ਨੇ ਉਹਨਾਂ ਦਾ? ਕਿਵੇਂ ਦੇਖਦੇ ਹੋ ਘਟਨਾਕ੍ਰਮ ਨੂੰ ਸਾਰੇ ਨੂੰ, ਵੀ ਆਪਸੀ ਜਿਹੜਾ ਪਾੜਾ ਆ ਸਰਕਾਰ ਵਾਕਈ ਉਹਦਾ ਫਾਇਦਾ ਲੈ ਰਹੀ ਆ? ਦੇਖੋ, ਉਹ ਤੋਂ ਆਪਾਂ ਪਹਿਲਾਂ ਹੀ ਗੱਲ ਕਹੀ ਆ ਵੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰੇ ਲਾਉਂਦਿਆਂ ਦੇ ਇਹਨਾਂ ਲੋਕਾਂ ਦੇ ਵੀ ਸੰਘ ਸੁੱਕ ਗਏ, ਤੇ ਸਾਡੇ ਇਹਨਾਂ ਨੂੰ ਸਵਾਲ ਕਰਦਿਆਂ ਦੇ ਸੰਘ ਸੁੱਕ ਗਏ, ਹਨਾ। 2 ਮਹੀਨਿਆਂ ਤੋਂ ਅਸੀਂ ਬੈਠੇ ਆ, ਤੇ ਅੱਜ ਹੁਣ ਸਾਡੀਆਂ ਵੀ ਜਿਹੜੀਆਂ ਇੰਟਰਵਿਊਜ਼ ਦੇ ਟਾਈਟਲ ਆ, ਸਾਡੀਆਂ ਸਟੋਰੀਆਂ ਜਿਹੜੇ ਟਾਈਟਲ ਆ, ਉਹ ਪਹਿਲਾਂ ਵਰਗੇ ਨਹੀਂ ਰਹੇ, ਕਿਉਂਕਿ ਇੱਥੇ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ। ਬਾਹਰੋਂ ਬਾਰੀ ਮੈਂ ਪਹਿਲਾਂ ਵੀ ਕਿਹਾ ਵੀ ਲੱਗਦਾ ਵੀ ਸਭ ਕੁਝ ਠੀਕ ਹੋ ਗਿਆ ਜੀ, ਪਿੰਨੀਆਂ ਆ ਗਈਆਂ, ਦੁਬਾਰੇ ਜਲੇਬ ਕੱਢਣ ਲੱਗ ਪਿਆ ਲੋਕ, ਕਿਸਾਨ ਟਰਾਲੀਆਂ, ਹਰਿਆਣਵੀ ਲੋਕ ਆ ਰਹੇ ਆ, ਬੀਬੀਆਂ ਆ ਰਹੀਆਂ, ਪਰ ਅੰਦਰ ਖਾਤੇ ਜਿਹੜਾ ਕੁਛ ਨਾ ਕੁਛ ਉਹ ਅੰਦਰ ਖਾਤੇ ਨਾਲ ਜਿਹੜੀ ਰਿੱਝ ਰਹੀ ਆ, ਉਹਦਾ ਨੁਕਸਾਨ ਹੋ ਸਕਦਾ। ਤੇ ਹੁਣ ਇਹਨਾਂ ਦੇ ਆਪਸੀ ਕਿਹੜੇ ਮਸਲੇ ਆ, ਕੋਈ ਈਗੋ ਆ ਜਾਂ ਕੁਛ ਹੋਰ ਆ, ਇਹ ਤਾਂ ਇਹਨਾਂ ਨੂੰ ਹੀ ਸਵਾਲ ਆਪਾਂ ਕਰਾਂਗੇ ਤੇ ਇਹ ਦੱਸਣਗੇ। ਪਰ ਇਹ ਸਪਸ਼ਟ ਆ ਵੀ ਕੁਝ ਚਿਹਰਿਆਂ ਦੀ ਜਿਹੜੀ ਚਰਚਾ ਹੈਗੀ ਆ, ਉਹ ਨਾਵਾਚਕ ਚਰਚਾ, ਜਿਹੜੀ ਨੈਗੇਟਿਵਿਟੀ, ਉਹਨਾਂ ਦੇ ਕੁਝ ਸਟੇਟਮੈਂਟਸ ਇਸ ਦੀਆਂ ਦਿੱਤੀਆਂ ਹੈਗੀਆਂ 26 ਤੋਂ ਬਾਅਦ ਸਟੇਜ ਤੋਂ, ਆਪਣੇ ਹੀ ਉਹਨਾਂ ਨੌਜਵਾਨਾਂ ਦੇ ਖਿਲਾਫ ਜਿਨ੍ਹਾਂ ਨੂੰ ਲੱਖਾਂ ਲੋਕ ਪਸੰਦ ਕਰਦੇ ਆ, ਖਾਸ ਕਰਕੇ ਵਿਦੇਸ਼ਾਂ ਵਾਲੇ ਨੌਜਵਾਨ ਦੀਪ ਸਿੱਧੂ ਦੀ ਗੱਲ ਨੂੰ ਵੀ ਪਸੰਦ ਕਰਦੇ ਆ, ਲੱਖੇ ਸਿਧਾਣੇ ਤੋਂ ਪਸੰਦ ਕਰਦੇ ਆ, ਔਰ ਉਹ ਨੌਜਵਾਨ ਉਹਨਾਂ ਨੂੰ ਪਸੰਦ ਕਰਦੇ ਇੱਥੇ ਪਹੁੰਚੇ ਆ, ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਕਰਨੀ ਜਿਹੜੀ ਆ ਉਹ ਇਹਨਾਂ ਨੂੰ ਥੋੜੀ ਮਹਿੰਗੀ ਪੈ ਰਹੀ ਆ। ਕੱਲ ਇੱਕ ਇੰਟਰਵਿਊ ਵੀ ਮੈਂ ਦੇਖ ਰਿਹਾ ਸੀਗਾ, ਰਤਨ ਨੇ ਇੱਕ ਇੰਟਰਵਿਊ ਕੀਤੀ ਆ, ਰਤਨ ਧਾਲੀਵਾਲ ਨੇ ਰਜਿੰਦਰਦੀਪ ਵਾਲੇ ਦੀ, ਦੀਪ ਸਿੰਘ ਵਾਲਾ ਨੂੰ ਸਵਾਲ ਕਰ ਰਹੇ ਸੀ ਵੀ ਕੀ ਸਟੇਜ ਦੀ ਮਾਨ ਮਰਿਆਦਾ ਜਿਹੜੀ ਆ ਇਹ ਤਰਜੀਹ ਦਿੰਦੀ ਸੀ, ਇਹ ਜਿਹੜੀ ਸਟੇਜ ਦੀ ਮਰਿਆਦਾ ਸੀਗੀ, ਵੀ ਉੱਥੋਂ ਕਹਿ ਦੇਣਾ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ, ਕਿਸੇ ਨੂੰ ਵੀ ਕਹਿ ਦੇਣਾ ਵੀ ਫਲਾਨਾ ਬੰਦਾ ਮੁਰਦਾਬਾਦ, ਚਾਹੇ ਉਹ ਦੀਪ ਹੋਵੇ ਚਾਹੇ ਲੱਖਾ ਹੋਵੇ। ਤਾਂ ਉੱਥੇ ਕਿਤੇ ਨਾ ਕਿਤੇ ਇੰਟਰਵਿਊ ਦੇ ਵਿੱਚ ਬਹਿਸ ਵੀ ਹੋਈ ਕਿ ਤੁਸੀਂ ਸਾਨੂੰ ਸਿਰਫ ਸਵਾਲ ਕਰ ਰਹੇ ਹੋ, ਪਰ ਉਹਨਾਂ ਨੂੰ ਸਵਾਲ ਨਹੀਂ ਕਰ ਰਹੇ। ਰਤਨ ਰਿਪਲਾਈ ਕਰਦੇ ਨੇ ਕਿ ਅਸੀਂ ਤਾਂ ਕਿਸੇ ਨਾਲ ਨਹੀਂ ਗਏ, ਅਸੀਂ ਤਾਂ ਨਿਰਪੱਖ ਹਾਂ, ਅਸੀਂ ਤੁਹਾਨੂੰ ਵੀ ਸਵਾਲ ਕਰਾਂਗੇ, ਜੇ ਲੱਖਾ ਤੇ ਦੀਪ ਮਿਲਦੇ ਨੇ ਅਸੀਂ ਉਹਨਾਂ ਨੂੰ ਵੀ ਸਵਾਲ ਕਰਾਂਗੇ। ਹਾਂਜੀ, ਇਹ ਗੱਲ ਠੀਕ ਆ, ਜੇ ਉਹ ਮਿਲਣਗੇ ਤੇ ਸਵਾਲ ਉਹਨਾਂ ਨੂੰ ਕਰਾਂਗੇ। ਪਰ ਹੁਣ ਜਿਹੜੀ ਸਿਚੁਏਸ਼ਨ ਇਹ ਆ ਵੀ ਹੁਣ ਸਟੇਜ ਤੇ ਲੋਕ ਦੇਖ ਰਹੇ ਆ, ਜਿਹੜੀ ਕੋਈ ਅਪਡੇਟ ਜਾਣੀ ਸਟੇਜ ਤੋਂ ਜਾਣੀ, ਇੱਕ ਸ਼ਬਦ ਜਿਹੜਾ ਉਹ ਇਸ ਮੋਰਚੇ ਦਾ ਜਿਹੜਾ ਰੂਪ ਉਹ ਬਦਲ ਸਕਦਾ, ਗਾਂਹ ਵੀ ਲਿਜਾ ਸਕਦਾ, ਪਿਛਾਂ ਵੀ, ਲੋਕਾਂ ਨੂੰ ਪਾੜ ਵੀ ਸਕਦਾ, ਲੋਕਾਂ ਨੂੰ ਜੋੜ ਵੀ ਸਕਦਾ। ਜਿੱਦਾਂ 26 ਦੇ ਘਟਨਾਕ੍ਰਮ ਤੋਂ ਬਾਅਦ ਰਾਜੇਵਾਲ ਸਾਹਿਬ ਦੀ ਸਟੇਟਮੈਂਟ ਸੀਗੀ ਵੀ ਇਹ ਹਰਿਆਣਵੀਆਂ ਦੇ ਖਿਲਾਫ ਗਈ ਸੀ, ਉਹਨਾਂ 'ਚ ਰੋਸ ਵੀ ਗਿਆ, ਤਾਂ ਉਹ ਐਡੇ ਵੱਡੇ ਲੀਡਰ ਦੀ ਜਿਹੜੀ ਸਟੇਟਮੈਂਟ ਸੀ ਉਹ ਕਿੱਦਾਂ ਲਈ ਗਈ ਹੈਗੀ ਸਾਨੂੰ ਪਤਾ। ਤਾਂ ਲੀਡਰਾਂ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਆ, ਫਰਜ਼ ਜ਼ਿੰਮੇਵਾਰੀ ਇਹਨਾਂ ਦੇ ਪਹਿਲਾਂ ਹੀ ਸੀਗੀ। ਕੋਈ ਇਹਨਾਂ ਨੇ ਕਿਹਾ ਸੀ ਵੀ ਆ ਜਾਓ, ਵੱਧ ਤੋਂ ਵੱਧ ਲੋਕ ਆਓ, ਵੱਧ ਤੋਂ ਵੱਧ ਲੋਕ ਆ ਗਏ, ਫਿਰ ਉਹ ਇੱਕ ਥੋੜਾ ਬਣ ਗਿਆ ਸੀ, ਦੁਚਿੱਤੀ ਹੋ ਗਈ ਸੀ ਰੂਟ ਨੂੰ ਲੈ ਕੇ। ਉਦੋਂ ਬਾਅਦ ਲੋਕ ਲਾਲ ਕਿਲੇ ਤੇ ਪਹੁੰਚ ਕੇ ਕਿਸ ਸੰਦਰਭ 'ਚ ਪਹੁੰਚੇ, ਕਿੰਨੇ ਪਹਿਲੀ ਟਰਾਲੀ ਮੋੜੀ, ਉਹ ਸਾਡੇ ਵਾਸਤੇ ਵੀ ਸਵਾਲ ਆਈ, ਤੇ ਰਾਤ ਨੂੰ 9 ਵਜੇ ਪਹੁੰਚੇ ਉੱਥੇ, ਹੈ ਨਾ। ਤਾਂ ਉਹ ਵੀ ਸਵਾਲ ਹੈ, ਪਰ ਉਸ ਤੋਂ ਬਾਅਦ ਇੱਕ ਜਿਹੜਾ ਸ਼ਬਦ ਹੈ ਨਾ,
ਹੁਣ ਸਾਡਾ ਵੀ ਇੰਟਰਵਿਊ ਦੇ ਵਿੱਚ ਇੱਕ ਸ਼ਬਦ ਹੈ ਜਿਹੜਾ ਉਹ ਉਹਨਾਂ ਲੱਖਾਂ ਲੋਕਾਂ ਦੇ ਵਾਸਤੇ ਬੜਾ ਉਹ ਉਤਸੁਕਤਾ ਦੇ ਨਾਲ ਸੁਣ ਰਹੇ ਆ ਵੀ ਮਾਇਨੇ ਰੱਖਦਾ ਵੀ ਹੁਣ ਸੰਘਰਸ਼ ਕਿੱਥੇ ਖਲੋਤਾ। ਲੋਕਾਂ ਨੂੰ ਸਿਰਫ ਭਾਰਤੀ ਮੀਡੀਆ ਦੀ ਖਬਰ ਜਾ ਰਹੀ ਹੈ, ਸਾਡੀ ਹੁਣ ਅਸੀਂ ਇੱਥੇ ਕਵਰ ਕੀਤੀ, ਤੁਸੀਂ ਵੀ 2-4-5 ਕਿਲੋਮੀਟਰ ਜਾ ਕੇ ਨੈਟ ਲੱਭਣਾ ਫਿਰ ਅਸੀਂ ਭੇਜਣੀ ਆ, ਉਦੋਂ ਨੂੰ ਸ਼ਾਇਦ ਇੱਥੇ ਕੋਈ ਨਵੀਂ ਅਪਡੇਟ ਆ ਜੇ, ਹੈ ਨਾ। ਤਾਂ ਪਹਿਲਾਂ ਲੋਕ ਖੁਦ ਵੀ ਲਿਖਾ ਦਿੰਦੇ ਸੀ ਲਾਈਵ ਦੇ ਵਿੱਚ, WhatsApp ਤੇ ਸਟੋਰੀਆਂ ਇੰਸਟਾ ਤੇ ਪਾ ਦਿੰਦੇ ਸੀ, ਪਰ ਉਹਨੇ ਨਹੀਂ ਪਾ ਰਹੇ। ਤਾਂ ਸਰਕਾਰ ਦੀ ਤਿਆਰੀ ਜਿਹੜੀ ਆ ਉਹ ਪੂਰੀ ਆ, ਤੇ ਲੀਡਰਾਂ ਦੀ ਆਪਸੀ ਜਿਹੜੀ ਅੱਡੋ ਪਾਰਟੀ ਆ ਉਹਦਾ ਜਿਹੜਾ ਨੁਕਸਾਨ ਉਹ ਸੰਘਰਸ਼ ਨੂੰ ਹੋਊਗਾ, ਫਾਇਦਾ ਜਿਹੜਾ ਉਹ ਸਰਕਾਰ ਨੂੰ ਜਾਂ ਉਹਨਾਂ ਲੋਕਾਂ ਨੂੰ ਹੋਊਗਾ ਜਿਹੜੇ ਕਿਸਾਨ ਵਿਰੋਧੀ ਆ, ਜਿਹੜੇ ਕਦੇ ਆਪਦੇ ਆਪ ਨੂੰ ਲੋਕਲ ਕਹਿ ਕੇ ਇਹਨਾਂ ਦੇ ਬੰਬ ਸੁੱਟਦੇ ਆ, ਕਦੇ ਆਪਦੇ ਆਪ ਨੂੰ ਕੁਝ ਹੋਰ ਕਹਿੰਦੇ ਆ। ਤਾਂ ਇਹ ਹੁਣ ਲੀਡਰਾਂ ਵਾਸਤੇ ਇਹਨਾਂ ਤੇ ਹੋਰ ਵੱਡੀ ਜ਼ਿੰਮੇਵਾਰੀ ਬਣ ਜਾਂਦੀ, ਕਿਤੇ ਉਹ ਨਾ ਸਾਨੂੰ ਕਹਿਣਾ ਪਵੇ ਵੀ ਸ਼ਾਹ ਮੁਹੰਮਦ ਆ ਇੱਕ ਸਰਦਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਅਸੀਂ ਨਹੀਂ ਚਾਹੁੰਦੇ ਇਹ ਸ਼ਬਦ ਅਸੀਂ ਬੋਲੀਏ, ਨਹੀਂ ਚਾਹੁੰਦੇ ਸ਼ਬਦ ਬੋਲੀਏ। ਪਰ ਮੇਰੀ ਵਾਰ-ਵਾਰ ਕਿਸਾਨ ਲੀਡਰਾਂ ਨਾਲ ਗੱਲ ਹੋਈ, ਕੱਲ ਪੰਧੇਰ ਹੋਰਾਂ ਨਾਲ ਵੀ ਗੱਲ ਹੋਈ, ਲੱਖੋਵਾਲ ਸਾਹਿਬ ਨਾਲ ਵੀ ਗੱਲ ਹੋਈ, ਹੋਰ ਵੀ ਰਾਤ ਵੀ ਭੰਗੂ ਸਾਹਿਬ ਹੋਰਾਂ ਨਾਲ ਵੀ ਗੱਲ ਹੋਈ ਆ, ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਸੀਗੀ। ਜੇ ਗੱਲ ਕਰੀਏ ਇਹਨਾਂ ਦੀ ਆਪਸੀ ਮਤਭੇਦ ਹੋ ਸਕਦੇ ਨੇ, ਬੇਸ਼ੱਕ ਹੋਣ, ਪਰ ਸੰਘਰਸ਼ ਜਿਹੜਾ ਏਕਤਾ ਦੀ ਗੱਲ ਕਰਦਾ, ਏਕੇ ਦੀ ਗੱਲ ਕਰਦਾ, ਲਾਮਬੰਦੀ ਦੀ ਗੱਲ ਕਰਦਾ। ਸਿਰਫ ਇੱਕ ਗਲੀ ਰਹਿ ਗਈ ਹੈ ਜਿਹੜੀ ਸਿੰਘੂ ਤੇ ਕੁੰਡਲੀ ਨੂੰ ਜੋੜਦੀ ਹੈ, ਉਹਦੇ ਤੇ ਵੀ ਸਰਕਾਰ ਜਿਹੜੀ ਆ ਪ੍ਰੈਸ਼ਰ ਬਣਾ ਰਹੀ ਹੈ ਕਿ ਉਹ ਗਲੀ ਵੀ ਬੰਦ ਹੋ ਜਾਏ। ਸਿਰਫ ਸਾਡੇ ਕੁਝ ਨੌਜਵਾਨਾਂ ਕਰਕੇ ਉਹ ਗਲੀ ਜਿਹੜੀ ਆ ਬਹਾਲ ਆ। ਲੱਗਦਾ ਉਹਦੇ ਖਿਲਾਫ ਕਿਉਂ ਨਹੀਂ ਬੋਲਿਆ ਜਾ ਰਿਹਾ, ਕੀ ਚੱਕਰ ਹੈ, ਬੋਲਿਆ ਕਿਉਂ ਨਹੀਂ ਜਾ ਰਿਹਾ? ਉਹਦਾ ਵਿਰੋਧ ਕਰਨ ਦੀ ਲੋੜ ਨਹੀਂ ਬਣਦੀ ਇਹਨਾਂ ਨੂੰ। ਹਾਂਜੀ, ਇਹ ਤਾਂ ਬਿਲਕੁਲ ਬਣਦੀ ਆ। ਦੇਖੋ 26 ਨੂੰ ਜਿਹੜਾ ਹੋਇਆ ਸਾਰਾ ਪ੍ਰੋਗਰਾਮ, 26 ਰਾਤ ਨੂੰ ਜਾਂ 27 ਨੂੰ ਤਕਰੀਬਨ ਸਾਰਾ ਪੰਜਾਬੀ ਆਪਣਾ ਮੀਡੀਆ, ਪੰਜਾਬ ਦਾ ਮੀਡੀਆ ਅਸੀਂ ਪਿੰਡੋਂ ਪਿੰਡੀ ਚੱਲ ਗਏ ਸੀ। ਉਹਦਾ ਕਾਰਨ ਕੋਈ ਡਰ ਜਾਂ ਕੁਝ ਹੋਰ ਨਹੀਂ ਸੀ, ਉਹ ਤਾਂ ਸੀ ਹਰ ਇੱਕ ਦੀ ਨਿੱਜੀ ਕੋਈ ਨਾ ਕੋਈ ਜਿਹੜੀ ਉਹ ਮਜਬੂਰੀ ਸੀਗੀ। ਪਰ ਸਾਰਿਆਂ ਨੂੰ ਇਹ ਵੀ ਸੀਗਾ ਵੀ 26 ਵਾਲਾ ਇੱਕ ਵੱਡਾ ਪ੍ਰੋਗਰਾਮ ਹੈਗਾ ਜੀ ਕਿਸਾਨਾਂ ਦਾ, ਜਿੱਦਾਂ ਲੱਖਾਂ ਲੋਕ ਆਏ ਸੀ ਉਹ ਵੀ ਗਏ, ਉਵੇਂ ਅਸੀਂ ਵਾਪਸ ਚੱਲ ਗਏ। ਤਾਂ ਉਦੋਂ ਬਾਅਦ ਨੈੱਟ ਇੱਥੇ ਬੰਦ ਹੋ ਗਿਆ, ਬੜੀ ਨੈਗੇਟਿਵਿਟੀ ਫੈਲ ਗਈ। ਤਾਂ ਉਦੋਂ ਬਾਅਦ ਜਿਹੜਾ ਹੈਗਾ ਉਹ ਰਾਹ ਬੰਦ ਕਰਨ ਦੀ ਜਿਹੜੀ ਤੁਸੀਂ ਗੱਲ ਕਹੀ ਆ, ਅਸੀਂ 29 ਤਰੀਕ ਨੂੰ ਰਾਤ ਨੂੰ 11 ਵਜੇ ਆਏ ਆ। ਜਦੋਂ ਅਸੀਂ ਲਾਈਵ ਕੀਤਾ ਨਾ ਪਰਲੀ ਮਾਝੇ ਵਾਲੀ ਦੀ ਸਟੇਜ ਤੇ ਜਾ ਕੇ, ਕਿਸੇ ਦਾ ਕੰਨ ਪੱਟਿਆ ਹੋਇਆ, ਕਿਸੇ ਦਾ ਗੋਡਾ ਟੁੱਟਿਆ, ਕੋਈ ਲਹੂ ਲੁਹਾਣਾ, ਕੋਈ ਹਾਏ ਹਾਏ ਕਰ ਰਿਹਾ, ਕੋਈ ਸਤਨਾਮ ਵਾਹਿਗੁਰੂ ਕਰ ਰਿਹਾ। ਇੰਨੀ ਉਹ ਚੀਜ਼ ਦੇ ਵਿੱਚ, ਪੀੜ ਦੇ ਵਿੱਚ, ਇਹਨੇ ਭਿਆਨਕ ਮਾਹੌਲ ਦੇ ਵਿੱਚ ਡਟੇ ਹੋਏ ਸੀ। ਬੰਦੇ ਕਿੰਨੇ ਸੀ? ਸ਼ਾਇਦ 200-400, ਠੀਕ ਹੈ। ਤੇ ਉਰਲੇ ਪਾਸੇ ਹਜ਼ਾਰਾਂ ਲੋਕ ਬੈਠੇ ਸੀ। ਜਦੋਂ ਉਹਨਾਂ ਦੇ ਹਮਲਾ ਹੋ ਰਿਹਾ ਸੀ ਉਦੋਂ ਉਰਲੀ ਸਟੇਜ ਤੋਂ ਇਹ ਗੱਲ ਕਹੀ ਗਈ, ਆਪਾਂ ਆਪਦੇ ਕੋਲੋਂ ਨਹੀਂ ਕਹਿ ਰਹੇ, ਸਾਰੇ ਲੋਕਾਂ ਨੇ ਮੇਰੇ ਤੋਂ ਪਹਿਲਾਂ ਦੀ ਸੁਣ ਲਈ ਆ, ਸੁਣਾਤੀ ਆ ਵੀ ਜਿਹੜੇ ਉਧਰ ਜਾਣਗੇ ਉਹ ਆਪਦੇ ਜ਼ਿੰਮੇਵਾਰ ਆਪ ਹੋਣਗੇ। ਕਿੱਡੀ ਮਾੜੀ ਗੱਲ ਆ, ਕਿੱਡੀ ਮਾੜੀ ਗੱਲ ਆ। ਡੱਲੇਵਾਲ ਸਾਹਿਬ ਦੀ ਇੱਕ ਇੰਟਰਵਿਊ ਸੀਗੀ, ਉਹਦੇ ਵਿੱਚ ਉਹ ਕਹਿ ਰਹੇ ਆ ਵੀ ਸਾਡੀ ਜਦੋਂ ਉਧਰ ਐਦਾਂ ਦੀ ਸਥਿਤੀ ਬਣਦੀ ਆ, ਇਹ ਸਟੇਟਮੈਂਟ ਇਸ ਕਰਕੇ ਦਿੱਤੀ ਜਾਂਦੀ ਆ, ਸਾਡੀ ਯੁੱਧਵੀਰ ਹੋਰਾਂ ਦੀ ਪਹਿਲਾਂ ਅਮਿਤ ਸ਼ਾਹ ਨਾਲ ਗੱਲ ਹੁੰਦੀ ਆ, ਫਿਰ ਰਾਜਨਾਥ ਨਾਲ ਗੱਲ ਹੁੰਦੀ ਆ ਕਿ ਉਧਰ ਕਿਸੇ ਨੂੰ ਭੇਜਿਆ ਨਾ ਜਾਵੇ ਤਾਂ ਜੋ ਸਥਿਤੀ ਤਣਾਅਪੂਰਨ ਨਾ ਹੋਵੇ, ਅਸੀਂ ਜਿਹੜਾ ਆ ਕੰਟਰੋਲ ਕਰਦੇ ਆ। ਉਹਨਾਂ ਨੇ ਇਹ ਗੱਲ ਕਹੀ ਸੀ, ਕਹਿੰਦੇ ਅਸੀਂ ਉਹਨਾਂ ਨਾਲ ਸਾਡੀ ਗੱਲ ਹੋਈ, ਅਸੀਂ ਸਥਿਤੀ ਨੂੰ ਬਹਾਲ ਰੱਖਣ ਦੇ ਲਈ ਇਹ ਬਿਆਨਬਾਜ਼ੀ ਜਿਹੜੀ ਆ ਸਟੇਜ ਤੋਂ ਕੀਤੀ ਗਈ ਸੀ, ਇਹ ਜਿਹੜਾ ਅਨਾਉਂਸ ਕੀਤਾ ਗਿਆ ਤਾਂ ਜੋ ਉਧਰ ਨਾ ਜਾਵੇ ਕੋਈ ਤੇ ਸਥਿਤੀ ਜਿਹੜੀ ਆ ਤਣਾਅਪੂਰਨ ਨਾ ਹੋਵੇ। ਕੀ ਲੱਗਦਾ ਵੀ ਜਿਹੜੇ ਆਗੂ ਨੇ ਉਹ ਪ੍ਰੈਸ਼ਰ 'ਚ ਆ ਗਏ ਸੀਗੇ ਆਪਣਾ ਕੇਂਦਰੀ ਮੰਤਰੀਆਂ ਦੇ? ਵਾਰ-ਵਾਰ ਮੇਰੀ ਲੱਖੋਵਾਲ ਸਾਹਿਬ ਨਾਲ ਵੀ ਗੱਲ ਹੋਈ, ਭੰਗੂ ਸਾਹਿਬ ਨਾਲ ਵੀ ਗੱਲ ਹੋਈ, ਕੀ ਪ੍ਰੈਸ਼ਰ ਦੇ ਆ ਕੇ ਇਹ ਬਿਆਨ ਦਿੱਤਾ ਗਿਆ? ਕਹਿੰਦੇ ਨਹੀਂ ਪ੍ਰੈਸ਼ਰ ਦੀ ਗੱਲ ਨਹੀਂ ਸੀ, ਸਾਨੂੰ ਐਂ ਸੀ ਸਥਿਤੀ ਤਣਾਅਪੂਰਨ ਨਾ ਹੋ ਜਾਵੇ। ਦੇਖੋ ਹੁਣ ਜੇ ਜਿੱਦਾਂ ਤੁਸੀਂ ਡੱਲੇਵਾਲ ਸਾਹਿਬ ਦੀ ਗੱਲ ਕੀਤੀ ਆ, ਤੁਸੀਂ ਇੰਟਰਵਿਊ ਕਰੀ ਆ ਜਾਂ ਜਿੱਦਾਂ ਵੀ, ਹੁਣ ਇਹ ਗੱਲ ਡੱਲੇਵਾਲ ਸਾਹਿਬ ਦੀ ਖੁਦ ਹੀ ਸਵਾਲਾਂ ਦੇ ਥੋੜਾ ਜਿਹਾ ਘੇਰੇ 'ਚ ਆ ਵੀ ਅੱਛਾ ਜੋ ਰਾਜਨਾਥ ਜੀ ਨੇ ਜਾਂ ਅਮਿਤ ਸ਼ਾਹ ਨੇ ਕਹਿਤਾ ਸੀਗਾ ਇਹਨਾਂ ਨੇ ਉਹ ਕਰਨਾ ਸੀ, ਫਿਰ 2 ਮਹੀਨੇ ਪਹਿਲਾਂ ਤੋਂ ਹੀ ਰਾਜਨਾਥ ਤੇ ਅਮਿਤ ਸ਼ਾਹ ਦੀ ਮੰਨ ਲੈਂਦੇ, ਉਹ ਤਾਂ ਕਹਿ ਰਹੇ ਵੀ ਵਾਪਸ ਚਲੇ ਜਾਓ ਜੇ ਉਹਨਾਂ ਦੀ ਮੰਨਣੀ ਆ। ਤਾਂ ਦੂਜੇ ਪਾਸੇ ਇਹਨਾਂ ਦੀ ਗੱਲ ਨੂੰ ਥੋੜਾ ਆਪਾਂ ਦੂਜੇ ਪਾਸੇ ਲਈਏ ਤਾਂ ਇਹਨਾਂ ਨੇ ਕਿਹਾ ਵੀ ਅਸੀਂ ਉਹ ਸਟੇਟਮੈਂਟ ਬਾਹਰੀ ਤੌਰ ਤੇ ਤਾਂ ਦੇ ਰਹੇ ਸੀ ਵੀ ਅਸੀਂ ਮਾਹੌਲ ਜਿਹੜਾ ਥੋੜਾ ਐਂ ਲੱਗੇ ਵੀ ਤਣਾਅਪੂਰਨ ਨਾ ਹੋਵੇ। ਕੀ ਇਹ ਪ੍ਰੈਕਟੀਕਲੀ ਤੌਰ ਤੇ ਉਹਨਾਂ ਦੇ ਨਾਲ ਖਲੋਤੇ ਸੀ? ਇਹ ਤੁਸੀਂ ਪੰਧੇਰ ਸਾਹਿਬ ਜਾਂ ਪੰਨੂ ਸਾਹਿਬ ਨੂੰ ਪਰਲੀ ਸਟੇਜ ਨੂੰ ਪੁੱਛ ਸਕਦੇ ਹੋ। ਜਿੰਨਾ ਕਿ ਮੈਂ ਪੁੱਛਿਆ ਉਹ ਕਹਿੰਦੇ ਆ ਵੀ ਜਿਹੜੀ ਸਟੇਜ ਤੋਂ ਅਨਾਉਂਸਮੈਂਟ ਹੋ ਰਹੀ ਸੀ ਵੀ ਜਦੋਂ ਉਧਰ ਪੈਟਰੋਲ ਬੰਬ ਸੁੱਟੇ ਜਾ ਰਹੇ ਆ, ਬੰਬ ਹੱਜੂ ਗੈਸ ਸੁੱਟੇ ਜਾ ਰਹੇ ਆ, ਪੁਲਿਸ ਤੇ ਭੀੜ ਵੱਲੋਂ ਹਮਲਾ ਕੀਤਾ ਗਿਆ, ਜਿਹੜਾ ਜਾਊਗਾ ਆਪਦਾ ਜ਼ਿੰਮੇਵਾਰ ਆਪ ਆ। ਕੋਈ ਲੀਡਰ ਉੱਥੇ ਨਹੀਂ ਗਿਆ, ਕੋਈ ਵੱਡਾ ਚਿਹਰਾ ਨਹੀਂ ਉੱਥੇ ਗਿਆ। ਹਾਂ, ਜਿਹੜੇ ਵਲੰਟੀਅਰ ਆ, ਜਿਹੜੇ ਪੰਜਾਬ ਦੇ ਘਰਾਂ ਚੋਂ ਆ, ਮਾਝੇ ਮਾਲਵੇ ਦੁਆਬੇ ਚੋਂ ਹਰਿਆਣੇ ਦੇ ਆ, ਉਹ ਖੁਦ ਆਪ ਮੁਹਾਰੇ ਉੱਥੇ ਜਾ ਕੇ ਪਹੁੰਚੇ ਆ, ਉਹਨਾਂ ਨੇ ਜ਼ਰੂਰ ਸਾਥ ਦਿੱਤਾ। ਕਿ ਉੱਧਰ ਵੀ ਪੰਜਾਬ ਦੇ ਲੋਕ ਆ, ਇੱਧਰ ਵੀ ਆ, ਇੱਧਰ ਵੀ ਪੰਜਾਬ ਹਰਿਆਣੇ ਦੇ ਉੱਧਰ ਵੀ ਆ, ਕਿਉਂ ਆਪਸ 'ਚ ਲੀਡਰ ਇਹ ਕੁਝ ਕਰ ਰਹੇ ਆ? ਤਾਂ ਉਹਨਾਂ ਦਾ ਸਾਥ ਦੇਣ ਦੀ ਬਹੁਤ ਵੱਡੀ ਜ਼ਰੂਰਤ ਅੱਜ ਵੀ ਹੈਗੀ ਆ। ਕੱਲ ਦੀ ਬੀਤੀ ਰਾਤ ਵੀ ਉੱਥੇ 4-5 ਹਜ਼ਾਰ ਬੰਦਾ, ਇੱਧਰ ਲੱਖ ਦੇ ਨੇੜੇ ਤੇੜੇ ਹੋ ਗਿਆ। ਅਜੇ ਵੀ ਉੱਥੇ ਮਾਹੌਲ ਉਹ ਜਿਹੜਾ ਪੂਰੀ ਤਰ੍ਹਾਂ ਉਸ ਠੀਕ ਨਹੀਂ ਹੈਗਾ। ਸਾਨੂੰ ਪਤਾ 3 ਪਾਸਿਓਂ ਉਹਨਾਂ ਦਾ ਰਾਹ ਬੰਦ ਆ। ਜੇ ਉਹਨਾਂ ਨੂੰ ਇੱਕਦਮ ਕੋਈ 10,000 5,000 ਬੰਦਾ ਹਮਲਾ ਵੀ ਕਰਦਾ, ਉਹ ਭੱਜ ਵੀ ਨਹੀਂ ਸਕਦੇ ਆਪਦੀ ਜਾਨ ਬਚਾਉਣ ਵਾਸਤੇ, ਲੜਨਾ ਤਾਂ ਦੂਰ ਦੀ ਗੱਲ ਆ। ਹਰਮੀਤ ਕਾਦੀਆਂ ਨਾਲ ਗੱਲਬਾਤ ਹੋਈ ਸਾਡੀ। ਹਰਮੀਤ ਕਾਦੀਆਂ ਕਹਿ ਰਹੇ ਸੀ ਬੇਸ਼ੱਕ ਯਾਰ ਸਾਡੇ ਆਪਸੀ ਮਤਭੇਦ ਹੋਣਗੇ, ਕਿਸੇ ਵੀ ਲੀਡਰ ਨਾਲ ਹੋਣਗੇ, ਪਰ ਕਹਿੰਦੇ ਮੈਂ ਆਪਦੇ ਨੌਜਵਾਨ ਉਧਰ ਭੇਜਦਾ,
ਉਹਨਾਂ ਦੇ ਨੌਜਵਾਨ ਉਧਰ ਡਟੇ ਵੀ ਹੋਏ ਨੇ ਕਾਦੀਆਂ ਯੂਨੀਅਨ ਦੇ। ਉਹਨਾਂ ਦਾ ਕਹਿਣਾ ਵੀ ਮੈਂ ਆਪਣੇ ਨੌਜਵਾਨ ਜਿਹੜਾ ਆ ਡਿਫੈਂਸ ਦੇ ਲਈ ਭੇਜਦਾ। ਗਲੀ ਦੇ ਵਿੱਚ ਵੀ ਵੱਖ-ਵੱਖ ਜਥੇਬੰਦੀਆਂ ਦੇ ਨੌਜਵਾਨ ਇੱਧਰੋਂ ਗਏ ਨੇ, ਬਚਾਅ ਦੇ ਲਈ, ਡਿਫੈਂਸ ਦੇ ਲਈ ਖੜੇ ਨੇ। ਪਰ ਜੇ ਗੱਲ ਕਰੀਏ ਵੀ ਪੱਤਰਕਾਰਾਂ ਤੇ ਵੀ ਹਮਲੇ ਹੋ ਰਹੇ ਨੇ, ਕਦੇ ਪੱਤਰਕਾਰਾਂ ਦੀਆਂ ਗੱਡੀਆਂ ਖੋਹੀਆਂ ਜਾ ਰਹੀਆਂ ਨੇ, ਮਨਦੀਪ ਪੂਨੀਆ ਨੂੰ ਚੱਕ ਲਿਆ ਜਾਂਦਾ। ਬੇਸ਼ੱਕ ਹੁਣ ਜ਼ਮਾਨਤ ਮਿਲ ਗਈ ਆ, ਉਹਦੇ ਖਿਲਾਫ ਵੀ ਕੋਈ ਸਖਤ ਕਾਰਵਾਈ ਲੱਗਦਾ ਵੀ ਮੋਰਚੇ ਵੱਲੋਂ ਕਰਨੀ ਚਾਹੀਦੀ ਹੈ। ਕੋਈ ਵੱਡੀ ਕਾਰਵਾਈ ਤੁਹਾਨੂੰ ਲੱਗਦਾ ਵੀ ਹੋ ਗਈ ਆ ਹੁਣ ਵੀ ਅਸੀਂ ਜਿਹੜਾ ਉਹਦੇ ਤੇ ਕਹਿ ਲਈਏ ਵੀ ਸੰਤੁਸ਼ਟ ਹੋ ਜਾਈਏ ਉਸ ਕਾਰਵਾਈ ਨੂੰ ਲੈ ਕੇ? ਦੇਖੋ, ਕਾਰਵਾਈ ਵਾਲੀ ਤਾਂ ਗੱਲ ਹੁਣ ਆਪਾਂ ਸ਼ੁਰੂ ਤੋਂ ਹੀ ਗਾਉਣ ਵਾਲੇ ਮੁੰਡੇ, ਫਿਲਮਾਂ ਵਾਲੇ ਮੁੰਡੇ ਤੇ ਮੀਡੀਆ ਆਪਾਂ ਤਾਂ ਇੱਕ ਤਰਫਾ ਕਿਸਾਨਾਂ ਦੇ ਵੱਲ ਖਲੋਤੇ ਆ ਤੇ ਸਾਡੀਆਂ ਵੀ ਤਾਂ ਲਿਸਟਾਂ ਬਣ ਗਈਆਂ। ਮੈਨੂੰ ਵੀ ਤਾਂ NIA ਦਾ ਨੋਟਿਸ ਆਇਆ ਨਾ। ਹੁਣ ਇਹਨਾਂ ਦਾ ਲੀਡਰਾਂ ਦੇ ਪਹਿਲਾਂ ਵੀ ਕਿਹਾ ਵੀ ਲੀਡਰਾਂ ਦੀ ਜ਼ਿੰਮੇਵਾਰੀ ਉਦੋਂ ਵੱਡੀ ਬਣ ਗਈ। ਹੁਣ ਇਹ ਸਾਡਾ ਸਾਥ ਕਿਵੇਂ ਦੇਣਗੇ? ਮਨਦੀਪ ਪੂਨੀਆ ਦੀ ਅਰੈਸਟ ਹੋਈ ਹੈ, ਸਾਡੇ ਸਾਹਮਣੇ ਦੀ ਕੁੱਟਮਾਰ ਹੋਈ ਆ ਬਿਨਾਂ ਕਿਸੇ ਕਾਰਨ ਤੋਂ। ਪੁਲਿਸ ਨੇ ਉਹਨੂੰ ਫੜਿਆ ਬਿਨਾਂ ਇੱਦਾਂ ਧਾਰਾ ਇਹੋ ਜਿਹੀਆਂ ਲਾਤੀਆਂ ਵੀ ਉਹ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਂਦਾ। ਇੱਦਾਂ ਦੀਆਂ ਸਖਤ ਧਾਰਾਵਾਂ ਲਾਤੀਆਂ ਤਾਂ ਹੁਣ ਹੋਰ ਵੱਡੀ ਜ਼ਿੰਮੇਵਾਰੀ ਕਿਸਾਨ ਲੀਡਰਾਂ ਦੇ ਬਣ ਜਾਂਦੀ ਆ। ਉਹ ਸਾਨੂੰ ਲੈ ਕੇ ਨਹੀਂ ਬਲਕਿ ਉਹਨਾਂ ਨੂੰ ਵੀ ਲੈ ਕੇ ਜਿਹੜੇ 26 ਤੋਂ ਬਾਅਦ ਬਹੁਤ ਸਾਰੇ ਨੌਜਵਾਨ ਫੜੇ ਗਏ ਆ, ਜਿਨ੍ਹਾਂ ਦੇ ਪਰਿਵਾਰਾਂ ਨੂੰ ਇਹ ਹੀ ਨਹੀਂ ਪਤਾ ਵੀ ਉਹਨਾਂ ਦਾ ਪੁੱਤ ਕਿੱਥੇ ਆ, ਉਹ ਜਿਉਂਦਾ ਵੀ ਹੈ ਕਿ ਨਹੀਂ ਹੈ, ਉਹ ਜੇਲ੍ਹ 'ਚ ਆ ਕੇ ਹਵਾਲਾਤ 'ਚ ਆ, ਉਹਨੂੰ ਕਿਸ ਤਰ੍ਹਾਂ ਦਾ ਟੌਰਚਰ ਕੀਤਾ ਗਿਆ। ਤਾਂ ਪਰਸੋਂ ਰਾਤ ਦੀ ਜਿਹੜੀ PCC ਦਰਸ਼ਨਪਾਲ ਤੇ ਰਾਜੇਵਾਲ ਨੇ ਅਗਵਾਈ ਕੀਤੀ ਸੀ, ਉੱਥੇ ਉਹ ਜਦੋਂ ਆਪਾਂ ਪੁੱਛਿਆ ਵੀ ਤੁਸੀਂ ਕੀ ਕਰ ਰਹੇ ਹੋ, 26 ਤੋਂ ਬਾਅਦ 30 ਤਰੀਕ ਹੋ ਗਈ ਆ, ਉਹ ਕਹਿੰਦੇ ਜੀ ਕਮੇਟੀ ਬਣਾਈ ਹੈ ਜੀ। ਤਾਂ ਇੰਨੇ ਦਿਨਾਂ ਬਾਅਦ ਮੈਂ ਜੀ ਕਮੇਟੀਆਂ ਹੀ ਬਣਾ ਰਹੇ ਆ। ਤਾਂ ਕਮੇਟੀਆਂ ਚਲੋ ਕੱਲ ਉਹ ਜਿਹੜੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੂੰ ਮਿਲੇ ਵੀ ਆ, ਤਾਂ ਬੜੀ ਤੇਜ਼ੀ ਨਾਲ ਕੰਮ ਹੋਣਾ ਚਾਹੀਦਾ ਕਿਉਂਕਿ ਅਸੀਂ ਸੱਦੇ ਸੀ ਨੌਜਵਾਨ। ਜਿਸ ਵੀ ਤਰੀਕੇ ਦੇ ਨਾਲ ਉਹ ਲਾਲ ਕਿਲੇ ਪਹੁੰਚਿਆ, ਜੋ ਵੀ ਘਟਨਾਕ੍ਰਮ ਹੋਇਆ ਉਹ ਛੱਡ ਦਿਓ, ਉਹ ਬਾਅਦ ਦੀ ਗੱਲ ਆ। ਸੰਯੁਕਤ ਕਿਸਾਨ ਮੋਰਚਾ ਉਹਦੇ ਨਾਲ ਸਹਿਮਤ ਸੀ ਜਾਂ ਅਸਹਿਮਤ ਸੀ, ਠੀਕ ਹੈ। ਬੇਸ਼ੱਕ ਪਹਿਲਾਂ ਸਾਰੇ ਸਟੇਟਮੈਂਟਾਂ ਦਿੰਦੇ ਸੀ ਵੀ ਮੋਦੀ ਦੇ ਹਿੱਕ ਤੇ ਟਰੈਕਟਰ ਚੜਾਉਣਾ, ਜਦੋਂ ਚੜਾਤਾ ਹਿੱਕ ਤੇ ਟਰੈਕਟਰ ਫਿਰ ਪਿੱਛੇ ਭੱਜ ਗਏ, ਠੀਕ ਹੈ ਨਾ। ਤਾਂ ਹੁਣ ਜਿਹੜੀ ਗੱਲ ਆ, ਜੋ ਕੁਝ ਹੋ ਗਿਆ। ਹੁਣ ਲੋਕਾਂ ਦੇ ਨਾਲ ਸਾਥ ਦੇਣ ਦੀ ਜ਼ਰੂਰਤ ਆ। ਦੋਵਾਂ ਸਟੇਜਾਂ ਨੂੰ, ਸਾਰੇ ਪੰਜੇ ਚਾਰੇ ਮੋਰਚਿਆਂ ਨੂੰ ਆਪਸ 'ਚ ਰਲ ਮਿਲ ਕੇ ਤੁਰਨ ਦੀ ਜ਼ਰੂਰਤ ਆ। ਬਾਹਰੀ ਤੌਰ ਤੇ ਬੇਸ਼ੱਕ ਸਟੇਜਾਂ ਉਵੇਂ ਚੱਲ ਰਹੀਆਂ ਨੇ, ਲੰਗਰ ਪੱਕ ਰਹੇ ਆ, ਲੋਕ ਨੱਚ ਗਾ ਰਹੇ ਆ। ਹੁਣੇ ਸਾਡੇ ਸਾਹਮਣੇ ਹਰਿਆਣਵੀ ਵੀਰ ਆ ਜਿਹੜੇ ਉਹ ਝੰਡੇ ਤਿਰੰਗੇ ਲੈ ਕੇ ਨੱਚ ਕੇ ਗਾਉਂਦੇ ਆਉਂਦੇ ਆ, ਪਰ ਅੰਦਰੀ ਖਾਤੇ ਜਿਹੜਾ ਉਹ ਠੀਕ ਨਹੀਂਗਾ। ਸਰਕਾਰ ਕਦਮ ਦਰ ਕਦਮ ਜਿਹੜਾ ਉਹ ਆਪ ਅੱਗੇ ਵਧ ਰਹੀ ਆ, ਇਹ ਕਦਮ ਦਰ ਕਦਮ ਪਿੱਛੇ ਹੋ ਰਹੇ। ਬਹੁਤ ਬਹੁਤ ਧੰਨਵਾਦ ਜਸਵੀਰ, ਤੁਸੀਂ ਸਾਡੇ ਨਾਲ ਜੁੜੇ। ਧੰਨਵਾਦ ਜੀ, ਤੁਹਾਡਾ ਸ਼ੁਕਰੀਆ। ਇਹ ਸੀਗੇ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਆ। ਹੁਣ ਸੰਯੁਕਤ ਕਿਸਾਨ ਮੋਰਚੇ ਦੀ ਵੀ ਜਿਹੜੀ ਆ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ, ਕਿਉਂਕਿ ਰਸਤੇ ਦੀ ਗੱਲ ਕਰੀਏ ਤਾਂ ਰਾਹ ਜਿਹੜੇ ਆ ਸਿੰਘੂ ਨੂੰ ਆਉਂਦੇ ਸਾਰੇ ਰਾਹ ਜਿਹੜੇ ਰੋਕ ਦਿੱਤੇ ਗਏ ਨੇ। ਚਾਹੇ ਉਹ ਨਰੇਲਾ ਵਿੱਚ ਦੀ ਆਉਂਦਾ ਹੋਵੇ ਰਾਹ, ਉਹ ਪੱਤਰਕਾਰਾਂ ਲਈ ਵੀ ਰੋਕ ਦਿੱਤਾ ਗਿਆ। ਚਾਹੇ ਉਹ ਕਰਨਾਲ ਬਾਈਪਾਸ ਤੋਂ ਹੋ ਕੇ ਜਿਹੜਾ ਪਾਣੀਪਤ ਨੂੰ ਜਿਹੜਾ ਰਾਹ ਆਉਂਦਾ, ਦਿੱਲੀ ਇੱਧਰ ਸਿੰਘੂ ਬਾਰਡਰ ਨੂੰ ਰਾਹ ਆਉਂਦਾ, ਉਹ ਵੀ ਰੋਕ ਦਿੱਤਾ ਗਿਆ ਆ। ਖਾਲਸਾ ਏਡ ਦੇ ਕੋਲ ਦੀ ਜਿਹੜਾ ਪਿੰਡ ਕੁੰਡਲੀ ਵਿੱਚ ਦੀ ਰਾਹ ਜਾਂਦਾ, ਉੱਥੇ ਵੀ ਬੈਰੀਕੇਡਿੰਗ ਸ਼ੁਰੂ ਕਰ ਦਿੱਤੀ ਗਈ ਆ। ਉਹ ਕੋਈ ਰਾਹ ਜਿਹੜਾ ਆ ਬਾਹਲੀ ਤਵੱਜੋ ਨਹੀਂ ਰੱਖਦਾ। ਪਰ ਇੱਧਰ ਦੀ ਜੇ ਗੱਲ ਕਰੀਏ, ਜੇ ਹੁਣ ਸਿੰਘੂ ਆਉਣਾ ਹੋਵੇ ਕਿਸੇ ਨੇ, ਜਿਹੜੇ ਕਿਸੇ ਵੀ ਵੀਰ ਭੈਣ ਨੇ, ਕਿਸੇ ਨੇ ਵੀ ਜਿਹੜਾ ਕਿਸਾਨਾਂ ਨੇ ਜੇ ਸਿੰਘੂ ਆਉਣਾ ਮੰਨ ਲਓ, ਤਾਂ ਉਹ KMP ਦੇ ਉੱਤੋਂ ਦੀ ਹੋ ਕੇ ਆ ਸਕਦੇ ਨੇ। KMP ਤੋਂ ਰਾਹ ਜਿਹੜਾ ਚੱਲ ਰਿਹਾ ਹੈ, KMP ਤੋਂ ਆ ਕੇ ਸਿੱਧਾ ਪਹਿਲਾਂ ਕੁੰਡਲੀ ਆਉਣਾ ਪਊਗਾ। ਕੁੰਡਲੀ ਤੋਂ ਸਿਰਫ ਇੱਕ ਗਲੀ ਜਾਂਦੀ ਹੈ ਜਿਹਦੇ ਵਿੱਚ ਦੀ ਅਸੀਂ ਸੌਖੇ ਲੰਘ ਤਾਂ ਸਕਦੇ ਹਾਂ, ਪਰ ਕੋਈ ਵੀ ਵਹੀਕਲ ਜਿਹੜਾ ਅੱਗੇ ਨਹੀਂ ਜਾ ਸਕਦਾ। ਸੋ ਸਾਨੂੰ ਜਿਹੜਾ ਆ ਦੇਖਣਾ ਬਣਦਾ ਪ੍ਰਸ਼ਾਸਨ ਦੀ, ਜਿਹੜਾ ਕਿਤੇ ਨਾ ਕਿਤੇ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਲੋੜ ਆ। ਵੱਡੀ ਜਿਹੜੀ ਜ਼ਿੰਮੇਵਾਰੀ ਸੰਯੁਕਤ ਕਿਸਾਨ ਮੋਰਚੇ ਦੀ ਬਣ ਗਈ ਆ, ਕਿਉਂਕਿ ਸਿੰਘੂ ਨੂੰ ਆਉਂਦੇ ਜਿਹੜੇ ਰਾਹ ਆ ਸਾਰੇ ਮੁਕੰਮਲ ਤੌਰ ਤੇ ਬੰਦ ਕਰ ਦਿੱਤੇ ਗਏ ਨੇ। ਕੈਮਰਾਮੈਨ ਯਾਦਵਿੰਦਰ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਿਮਰਾ, ਔਨ 에ਅਰ ਚੈਨਲ ਕੁੰਡਲੀ ਬਾਰਡਰ।